ਓਮ ਸ਼ਾਂਤੀ। ਅੱਜ ਪਿਆਰੇ ਬਾਬਾ ਦੇ 5/3/2021 ਦੇ ਮਹਾਵਚਨ। ਬਾਬਾ ਨੇ ਅੱਜ ਆਪਣੇ ਪਿਆਰੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਜਿਵੇਂ ਬਾਪ ਦਾਦਾ ਦੋਨੋਂ ਨਿਰਅਹੰਕਾਰੀ ਹਨ, ਦੇਹੀ ਅਭਿਮਾਨੀ ਹਨ, ਇਸ ਤਰ੍ਹਾਂ ਫਾਲੋ ਫਾਦਰ ਕਰੋ ਤਾਂ ਸਦਾ ਉન્નਤੀ ਹੁੰਦੀ ਰਹੇਗੀ। ਪ੍ਰਸ਼ਨ ਹੈ, ਉੱਚਾ ਪਦ ਦੀ ਪ੍ਰਾਪਤੀ ਦੇ ਲਈ ਕਿਹੜੀ ਖਬਰਦਾਰੀ ਰੱਖਣਾ ਜ਼ਰੂਰੀ ਹੈ? ਉੱਤਰ ਹੈ, ਉੱਚਾ ਪਦ ਪਾਉਣਾ ਹੈ ਤਾਂ ਖੁਸ਼ਖਬਰੀ ਰੱਖੋ ਕਿ ਮਨਸਾ ਵਿੱਚ ਵੀ ਕਿਸੇ ਨੂੰ ਮੇਰੇ ਦੁਆਰਾ ਦੁੱਖ ਨਾ ਹੋਵੇ। ਦੂਸਰਾ, ਕਿਸੇ ਵੀ ਪਰਿਸਥਿਤੀ ਵਿੱਚ ਕ੍ਰੋਧ ਨਾ ਆਵੇ। ਤੀਸਰਾ, ਬਾਪ ਦਾ ਬਣ ਕੇ ਬਾਪ ਦੇ ਕੰਮ ਵਿੱਚ, ਇਸ ਰੁਦਰ ਯੱਗ ਵਿੱਚ ਵਿਘਨ ਰੂਪ ਨਾ ਬਣੀਏ। ਅਗਰ ਕੋਈ ਮੂੰਹ ਤੋਂ ਬਾਬਾ ਬਾਬਾ ਕਹੇ ਅਤੇ ਚਲਨ ਰਾਇਲ ਨਾ ਹੋਵੇ ਤਾਂ ਉੱਚਾ ਪਦ ਨਹੀਂ ਮਿਲ ਸਕਦਾ। ਓਮ ਸ਼ਾਂਤੀ। ਬੱਚੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਾਪ ਤੋਂ ਵਰਸਾ ਪਾਉਣਾ ਹੈ ਜ਼ਰੂਰ। ਕਿਵੇਂ? ਸ਼੍ਰੀਮਤ ਤੇ। ਬਾਬਾ ਨੇ ਸਮਝਾਇਆ ਹੈ, ਇੱਕ ਹੀ ਗੀਤਾ ਸ਼ਾਸਤਰ ਹੈ ਜਿਸ ਵਿੱਚ ਸ਼੍ਰੀਮਤ ਭਗਵਾਨੋਵਾਚ ਹੈ। ਭਗਵਾਨ ਤਾਂ ਸਭ ਦਾ ਬਾਪ ਹੈ, ਸ਼੍ਰੀਮਤ ਭਗਵਾਨੋਵਾਚ ਤਾਂ ਜ਼ਰੂਰ ਭਗਵਾਨ ਨੇ ਆ ਕੇ ਸ੍ਰੇਸ਼ਟ ਬਣਾਇਆ ਹੋਵੇਗਾ। ਤਾਂ ਹੀ ਤਾਂ ਉਸ ਦੀ ਮਹਿਮਾ ਹੈ ਨਾ। ਸ਼੍ਰੀਮਤ ਭਗਵਤ ਗੀਤਾ ਅਰਥਾਤ ਸ਼੍ਰੀਮਤ ਭਗਵਾਨੋਵਾਚ। ਭਗਵਾਨ ਤਾਂ ਜ਼ਰੂਰ ਉੱਚੇ ਤੇ ਉੱਚਾ ਠਹਿਰਿਆ ਨਾ। ਸ਼੍ਰੀਮਤ ਵੀ ਉਸ ਇੱਕ ਸ਼ਾਸਤਰ ਵਿੱਚ ਗਾਈ ਹੋਈ ਹੈ ਅਤੇ ਹੋਰ ਕੋਈ ਸ਼ਾਸਤਰ ਵਿੱਚ ਸ਼੍ਰੀਮਤ ਭਗਵਾਨੋਵਾਚ ਨਹੀਂ ਹੈ, ਸਿਰਫ ਇੱਕ ਗੀਤਾ ਵਿੱਚ ਹੈ। ਸ਼੍ਰੀਮਤ ਕਿਸ ਦੀ ਹੋਣੀ ਚਾਹੀਦੀ ਹੈ, ਉਹ ਲਿਖਣ ਵਾਲੇ ਵੀ ਸਮਝ ਨਹੀਂ ਸਕਦੇ। ਉਹਨਾਂ ਤੋਂ ਕਿਉਂ ਭੁੱਲ ਹੋਈ ਹੈ, ਇਹ ਵੀ ਬਾਬਾ ਆ ਕੇ ਸਮਝਾਉਂਦੇ ਹਨ। ਰਾਵਣ ਰਾਜ ਸ਼ੁਰੂ ਹੋਣ ਦੇ ਨਾਲ ਹੀ ਰਾਵਣ ਦੀ ਮੱਤ ਤੇ ਚੱਲ ਪੈਂਦੇ ਹਨ। ਪਹਿਲਾਂ ਤਾਂ ਵੱਡੇ ਤੇ ਵੱਡੀ ਭੁੱਲ ਇਸ ਰਾਵਣ ਮੱਤ ਵਾਲਿਆਂ ਦੀ ਹੀ ਹੈ ਨਾ। ਬਾਬਾ ਕਹਿੰਦੇ ਰਾਵਣ ਮੱਤ ਵਾਲਿਆਂ ਨੇ ਕੀਤੀ ਹੈ ਨਾ। ਰਾਵਣ ਦੀ ਚਮਾਟ ਲੱਗਦੀ ਹੈ, ਜਿਵੇਂ ਕਿਹਾ ਜਾਂਦਾ ਹੈ ਸ਼ੰਕਰ ਪ੍ਰੇਰਕ ਹੈ, ਬੰਬ ਆਦਿ ਬਣਵਾਏ ਹਨ। ਇਸ ਤਰ੍ਹਾਂ 5 ਵਿਕਾਰਾਂ ਰੂਪੀ ਰਾਵਣ ਪ੍ਰੇਰਕ ਹੈ ਮਨੁੱਖਾਂ ਨੂੰ ਪਤਿਤ ਬਣਾਉਣ ਦਾ। ਤਾਂ ਹੀ ਤਾਂ ਪੁਕਾਰਦੇ ਹਨ ਕਿ ਹੇ ਪਤਿਤ ਪਾਵਨ ਆਓ। ਤਾਂ ਪਤਿਤ ਪਾਵਨ ਇੱਕੋ ਹੀ ਠਹਿਰਿਆ ਨਾ। ਇਸ ਤੋਂ ਸਿੱਧ ਹੁੰਦਾ ਹੈ ਕਿ ਪਤਿਤ ਬਣਾਉਣ ਵਾਲਾ ਹੋਰ ਕੋਈ ਹੈ, ਪਾਵਨ ਬਣਾਉਣ ਵਾਲਾ ਕੋਈ ਹੋਰ ਹੈ। ਦੋਨੇ ਇੱਕ ਨਹੀਂ ਹੋ ਸਕਦੇ। ਇਹ ਗੱਲਾਂ ਤੁਸੀਂ ਸਮਝਦੇ ਹੋ ਨੰਬਰਵਾਰ ਪੁਰਸ਼ਾਰਥ ਅਨੁਸਾਰ। ਇਸ ਤਰ੍ਹਾਂ ਮਤ ਸਮਝਣਾ ਕਿ ਸਾਰਿਆਂ ਨੂੰ ਨਿਸ਼ਚੇ ਹੈ, ਨੰਬਰਵਾਰ ਹੈ। ਜਿੰਨਾ ਨਿਸ਼ਚੇ ਹੈ ਓਨੀ ਹੀ ਖੁਸ਼ੀ ਵੱਧਦੀ ਜਾਂਦੀ ਹੈ। ਬਾਬਾ ਦੀ ਮਤ ਤੇ ਚੱਲਣਾ ਹੁੰਦਾ ਹੈ। ਸ਼੍ਰੀਮਤ ਤੇ ਸਾਨੂੰ ਇਹ ਸਵਰਾਜਯ ਪਦ ਪਾਉਣਾ ਹੈ। ਬਾਬਾ ਕਹਿ ਰਹੇ, ਮਨੁੱਖ ਤੋਂ ਦੇਵਤਾ ਬਣਨ ਵਿੱਚ ਦੇਰੀ ਨਹੀਂ ਲੱਗਦੀ ਹੈ। ਤੁਸੀਂ ਪੁਰਸ਼ਾਰਥ ਕਰਦੇ ਹੋ, ਮੰਮਾ ਬਾਬਾ ਨੂੰ ਫੋਲੋ ਕਰਦੇ ਹੋ। ਉਹ ਜਿਵੇਂ ਆਪ ਸਮਾਨ ਬਣਾਉਣ ਦੀ ਸੇਵਾ ਕਰ ਰਹੇ ਹਨ, ਤਾਂ ਤੁਸੀਂ ਵੀ ਸਮਝਦੇ ਹੋ ਕਿ ਅਸੀਂ ਕੀ ਸਰਵਿਸ ਕਰ ਰਹੇ ਹਾਂ ਅਤੇ ਮੰਮਾ ਬਾਬਾ ਕੀ ਸਰਵਿਸ ਕਰ ਰਹੇ ਹਨ। ਬਾਬਾ ਨੇ ਸਮਝਾਇਆ ਸੀ ਕਿ ਸ਼ਿਵ ਬਾਬਾ ਅਤੇ ਬ੍ਰਹਮਾ ਦਾਦਾ ਦੋਨੋਂ ਇਕੱਠੇ ਹਨ। ਤਾਂ ਸਮਝਣਾ ਚਾਹੀਦਾ ਹੈ ਕਿ ਸਾਰਿਆਂ ਤੋਂ ਨੇੜੇ ਹਨ ਨਾ। ਬਾਬਾ ਕਹਿੰਦੇ ਸਭ ਤੋਂ ਨਜ਼ਦੀਕ ਹਨ ਨਾ। ਇਸ ਦਾ ਹੀ ਸੰਪੂਰਨ ਰੂਪ ਸੂਖਸ਼ਮ ਵਤਨ ਵਿੱਚ ਦੇਖਦੇ ਹਾਂ ਤਾਂ ਜ਼ਰੂਰ ਇਹ ਤਿੱਖਾ ਹੋਵੇਗਾ, ਬ੍ਰਹਮਾ ਬਾਬਾ। ਪਰੰਤੂ ਜਿਵੇਂ ਬਾਪ ਨਿਰਅਹੰਕਾਰੀ ਹੈ, ਦੇਹੀ ਅਭਿਮਾਨੀ ਹੈ, ਇਸੇ ਤਰ੍ਹਾਂ ਇਹ ਦਾਦਾ ਵੀ ਨਿਰਅਹੰਕਾਰੀ ਹੈ। ਕਹਿੰਦੇ ਹਨ ਕਿ ਸ਼ਿਵ ਬਾਬਾ ਹੀ ਸਮਝਾਉਂਦੇ ਹਨ। ਜਦੋਂ ਮੁਰਲੀ ਚੱਲਦੀ ਹੈ ਤਾਂ ਬਾਬਾ ਖੁਦ ਕਹਿੰਦੇ ਹਨ, ਸਮਝੋ ਕਿ ਅਸੀਂ ਸ਼ਿਵ ਬਾਬਾ ਤੋਂ ਸੁਣ ਰਹੇ ਹਾਂ। ਇਹ ਬ੍ਰਹਮਾ ਵੀ ਜ਼ਰੂਰ ਸੁਣਦਾ ਹੋਵੇਗਾ। ਇਹ ਨਾ ਸੁਣੇ ਅਤੇ ਨਾ ਸੁਣਾਵੇ ਤਾਂ ਉੱਚਾ ਪਦ ਕਿਵੇਂ ਪਾਵੇਂਗੇ?
ਪਰੰਤੂ ਆਪਣਾ ਦੇਹ ਅਭਿਮਾਨ ਛੱਡ ਕਹਿੰਦੇ ਹਨ ਕਿ ਇਸ ਤਰ੍ਹਾਂ ਸਮਝੋ ਸ਼ਿਵ ਬਾਬਾ ਹੀ ਸੁਣਾਉਂਦੇ ਹਨ। ਅਸੀਂ ਤਾਂ ਪੁਰਸ਼ਾਰਥ ਕਰਦੇ ਰਹਿੰਦੇ ਹਾਂ ਨਾ, ਸ਼ਿਵ ਬਾਬਾ ਹੀ ਸਮਝਾਉਂਦੇ ਹਨ। ਇਸਨੇ ਤਾਂ ਪਤਿਤ ਪਣਾ ਪਾਸ ਕੀਤਾ ਹੈ ਨਾ ਬ੍ਰਹਮਾ ਬਾਬਾ ਨੇ। ਮੰਮਾ ਤਾਂ ਕੁਮਾਰੀ ਸੀ ਤਾਂ ਮੰਮਾ ਉੱਪਰ ਚਲੀ ਗਈ, ਉੱਚੀ ਚਲੀ ਗਈ। ਤੁਸੀਂ ਵੀ ਕੁਮਾਰੀਆਂ ਮੰਮਾ ਨੂੰ ਫੋਲੋ ਕਰੋ। ਗ੍ਰਸਤੀਆਂ ਨੂੰ ਤਾਂ ਬਾਬਾ ਨੂੰ ਫੋਲੋ ਕਰਨਾ ਚਾਹੀਦਾ ਹੈ। ਹਰ ਇੱਕ ਨੂੰ ਸਮਝਣਾ ਹੈ ਕਿ ਮੈਂ ਪਤਿਤ ਹਾਂ, ਮੈਂ ਪਾਵਨ ਬਣਨਾ ਹੈ। ਮੁੱਖ ਗੱਲ ਬਾਬਾ ਨੇ ਯਾਦ ਦੀ ਯਾਤਰਾ ਸਿਖਾਈ ਹੈ। ਇਸ ਵਿੱਚ ਦੇਹ ਅਭਿਮਾਨ ਨਹੀਂ ਰਹਿਣਾ ਚਾਹੀਦਾ। ਅੱਛਾ, ਕੋਈ ਮੁਰਲੀ ਨਹੀਂ ਸੁਣਾ ਸਕਦੇ ਤਾਂ ਯਾਦ ਦੀ ਯਾਤਰਾ ਵਿੱਚ ਰਹੋ। ਯਾਤਰਾ ਵਿੱਚ ਰਹਿੰਦੇ ਮੁਰਲੀ ਸੁਣਾ ਸਕਦੇ ਹੋ, ਪਰੰਤੂ ਯਾਤਰਾ ਭੁੱਲ ਜਾਂਦੇ ਹੋ ਤਾਂ ਵੀ ਕੋਈ ਹਰਜਾ ਨਹੀਂ। ਮੁਰਲੀ ਚਲਾ ਕੇ ਫਿਰ ਯਾਤਰਾ ਵਿੱਚ ਲੱਗ ਜਾਓ, ਕਿਉਂਕਿ ਹਰ ਬਾਣੀ ਤੋਂ ਪਰੇ ਉਹ ਬਾਣੀ ਤੋਂ ਪਰੇ ਵਾਨਪ੍ਰਸਥ ਅਵਸਥਾ ਹੈ। ਮੂਲ ਗੱਲ ਹੈ ਹੀ ਦੇਹੀ ਅਭਿਮਾਨੀ ਹੋ ਕੇ ਬਾਬਾ ਨੂੰ ਯਾਦ ਕਰਦੇ ਰਹੋ ਅਤੇ ਚੱਕਰ ਨੂੰ ਯਾਦ ਕਰਦੇ ਰਹੋ। ਕਿਸੇ ਨੂੰ ਵੀ ਦੁੱਖ ਨਹੀਂ ਦਿਓ। ਇਹ ਸਮਝਾਉਣੀ ਦੇ ਰਹੇ ਹਨ ਕਿ ਬਾਪ ਨੂੰ ਯਾਦ ਕਰੋ। ਬਾਬਾ ਇਹ ਸਮਝਾ ਰਹੇ ਬੱਚਿਆਂ ਨੂੰ ਕਿ ਬਾਪ ਨੂੰ ਯਾਦ ਕਰੋ। ਇਹ ਹੈ ਯਾਤਰਾ। ਮਨੁੱਖ ਜਦੋਂ ਮਰਦੇ ਹਨ ਤਾਂ ਕਹਿੰਦੇ ਹਨ ਸਵਰਗ ਪਧਾਰਿਆ। ਅਗਿਆਨ ਕਲ ਵਿੱਚ ਕੋਈ ਸਵਰਗ ਨੂੰ ਯਾਦ ਨਹੀਂ ਕਰਦੇ ਹਨ। ਸਵਰਗ ਨੂੰ ਯਾਦ ਕਰਨਾ ਮਾਨਾ ਇੱਥੇ ਤੋਂ ਹੀ ਮਰਨਾ, ਮਾਨਾ ਇਸ ਦੁਨੀਆ ਤੋਂ ਮਰਨਾ। ਬਾਬਾ ਕਹਿੰਦੇ ਇਸ ਤਰ੍ਹਾਂ ਤਾਂ ਕੋਈ ਯਾਦ ਨਹੀਂ ਕਰਦੇ। ਹੁਣ ਤੁਸੀਂ ਜਾਣਦੇ ਹੋ ਕਿ ਅਸੀਂ ਵਾਪਸ ਜਾਣਾ ਹੈ। ਬਾਪ ਕਹਿੰਦੇ ਹਨ ਜਿੰਨਾ ਹੋ ਸਕੇ ਤੁਸੀਂ ਯਾਦ ਕਰੋਗੇ ਓਨਾ ਹੀ ਖੁਸ਼ੀ ਦਾ ਪਾਰਾ ਚੜ੍ਹੇਗਾ। ਜਿੰਨਾ ਯਾਦ ਕਰੋਗੇ ਖੁਸ਼ੀ ਦਾ ਪਾਰਾ ਚੜ੍ਹੇਗਾ, ਵਰਸਾ ਵੀ ਯਾਦ ਆਏਗਾ। ਜਿੰਨਾ ਬਾਪ ਨੂੰ ਯਾਦ ਕਰੋਗੇ ਓਨਾ ਹਰਸ਼ਿਤ ਵੀ ਰਹੋਗੇ। ਬਾਬਾ ਨੂੰ ਯਾਦ ਨਾ ਕਰਨ ਨਾਲ ਮੂੰਝਦੇ ਹਨ, ਗੁਟਕਾ ਖਾਂਦੇ ਰਹਿੰਦੇ ਹਨ। ਤੁਸੀਂ ਇੰਨਾ ਸਮਾਂ ਯਾਦ ਨਹੀਂ ਕਰ ਸਕਦੇ। ਬਾਬਾ ਨੇ ਆਸ਼ਿਕ ਮਾਸ਼ੂਕ ਦਾ ਮਿਸਾਲ ਦੱਸਿਆ। ਉਹ ਬੇਸ਼ੱਕ ਧੰਦਾ ਕਰਦੇ ਹਨ, ਪਰੰਤੂ ਉਹ ਬੇਸ਼ੱਕ ਚਰਖਾ ਚਲਾਉਂਦੀ ਹੈ ਤਾਂ ਵੀ ਉਸਨੇ ਸਾਹਮਣੇ ਮਾਸ਼ੂਕ ਆ ਕੇ ਖੜਾ ਹੋ ਜਾਂਦਾ ਹੈ। ਇਹਦੇ ਲਈ ਤਾਂ ਪੰਜਾਬੀ 'ਚ ਗੀਤ ਬਣ ਗਏ ਹੈ ਕਿ ਚਰਖਾ ਕੱਤਦੀ ਨੂੰ ਵੀ ਯਾਦ ਆਉਂਦੀ ਹੈ। ਕਿ ਬਾਬਾ ਕਹਿੰਦੇ ਕਿ ਆਸ਼ਿਕ ਮਾਸ਼ੂਕ ਦਾ ਬਾਬਾ ਨੇ ਮਿਸਾਲ ਦਿੱਤਾ ਕਿ ਚਰਖਾ ਵੀ ਚੱਲਦਾ ਹੈ ਔਰ ਉਹਨੂੰ ਲੱਗਦਾ ਹੈ ਕਿ ਜਿਵੇਂ ਮਾਸ਼ੂਕ ਸਾਹਮਣੇ ਖੜਾ ਹੋ ਗਿਆ। ਇਸੇ ਤਰ੍ਹਾਂ ਬੱਚੇ ਵੀ ਕੰਮ ਕਰਦੇ ਹੋਏ ਵੀ ਆਪਣੇ ਮਾਸ਼ੂਕ ਬਾਪ ਨੂੰ ਯਾਦ ਕਰ ਸਕਦੇ ਹਨ। ਆਸ਼ਿਕ ਮਾਸ਼ੂਕ ਨੂੰ ਯਾਦ ਕਰਦੇ, ਮਾਸ਼ੂਕ ਫਿਰ ਆਸ਼ਿਕ ਨੂੰ ਯਾਦ ਕਰਦੇ ਹਨ। ਇੱਥੇ ਤਾਂ ਸਿਰਫ ਤੁਹਾਨੂੰ ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਬਾਪ ਨੂੰ ਤਾਂ ਤੁਹਾਨੂੰ ਯਾਦ, ਬਾਪ ਨੇ ਤਾਂ ਤੁਹਾਨੂੰ ਨਹੀਂ ਯਾਦ ਕਰਨਾ ਨਾ। ਬਾਪ ਸਭ ਦਾ ਮਾਸ਼ੂਕ ਹੈ। ਤੁਸੀਂ ਬੱਚੇ ਲਿਖਦੇ ਹੋ ਕਿ ਬਾਬਾ ਤੁਸੀਂ ਸਾਨੂੰ ਯਾਦ ਕਰਦੇ ਹੋ। ਬਾਬਾ ਕਹਿ ਰਹੇ ਅਰੇ ਜੋ ਸਾਰਿਆਂ ਦਾ ਮਾਸ਼ੂਕ ਹੈ ਉਹ ਫਿਰ ਤੁਹਾਨੂੰ ਆਸ਼ਕਾਂ ਨੂੰ ਕਿਵੇਂ ਯਾਦ ਕਰ ਸਕਣਗੇ? ਹੋ ਨਹੀਂ ਸਕਦਾ। ਉਹ ਤਾਂ ਮਾਸ਼ੂਕ ਹੈ ਨਾ, ਆਸ਼ਿਕ ਤਾਂ ਨਹੀਂ ਬਣ ਸਕਦਾ। ਤੁਸੀਂ ਹੀ ਯਾਦ ਕਰਨਾ ਹੈ। ਤੁਸੀਂ ਹਰ ਇੱਕ ਨੂੰ ਆਸ਼ਿਕ ਬਣਨਾ ਹੈ। ਹਰ ਇੱਕ ਨੇ ਆਸ਼ਿਕ ਬਣਨਾ ਹੈ ਉਸ ਮਾਸ਼ੂਕ ਦਾ। ਫਿਰ ਬਾਬਾ ਕਹਿ ਰਹੇ ਕਿ ਬੱਚੇ ਅੱਗੇ ਚਾਰਟ ਵੀ ਲਿਖਣਾ ਹੈ। ਚਾਰਟ ਲਿਖਣ ਲਈ ਬਾਬਾ ਕਹਿ ਰਹੇ ਕਿ ਆਪ ਸਮਾਨ ਵੀ ਬਣਾਉਣਾ ਹੈ, ਰੂਪ ਬਸੰਤ ਦੋਨੋਂ ਬਣਨਾ ਹੈ। ਨਹੀਂ ਤਾਂ ਬਾਪ ਸਮਾਨ ਨਹੀਂ ਠਹਿਰੇ। रूप भी वसंत भी एक्यूरेट बनना है। इस विच ही मेहनत है। देह अभिमान मार डालदा है। रावण ने देह अभिमानी बना दिता ना। हुण तुसी देही अभिमानी बनो। फिर अद्धा कल्प तो बाद माया रावण देह अभिमानी बनाउंदी है। देही अभिमानी तां बहुत मिठे बन जाते हैं। संपूर्ण तां हजे कोई भी बनिया नहीं। ਇਸ ਲਈ ਬਾਬਾ ਹਮੇਸ਼ਾ ਕਹਿੰਦੇ ਹਨ ਕਿ ਕਿਸੇ ਦੇ ਵੀ ਦਿਲ ਨੂੰ ਰੰਜ ਮਾਨਾ ਨਾਰਾਜ਼ ਨਹੀਂ ਕਰਨਾ ਹੈ, ਦੁੱਖ ਨਹੀਂ ਦੇਣਾ ਹੈ। ਸਭ ਨੂੰ ਬਾਪ ਦਾ ਪਰਿਚੈ ਦੇਣਾ ਹੈ, ਪਛਾਣ ਦੇਣੀ ਹੈ। ਬੋਲਣ ਕਰਨ ਵਿੱਚ ਵੀ ਬੜੀ ਰਾਇਲਟੀ ਚਾਹੀਦੀ ਹੈ। ਈਸ਼ਵਰੀय ਸੰਤਾਨ ਦੇ ਮੂੰਹ ਤੋਂ ਸदैव ਰਤਨ ਨਿਕਲਣੇ ਚਾਹੀਦੇ ਹਨ। ਤੁਹਾਨੂੰ ਮਨੁੱਖਾਂ ਨੂੰ ਜੀਵਨ ਦਾਨ ਦਿੰਦੇ ਹੋ ਨਾ ਤੁਸੀਂ, ਤਾਂ ਰਸਤਾ ਵੀ ਦੱਸਣਾ ਹੈ, ਸਮਝਾਉਣਾ ਵੀ ਹੈ।
ਤੁਸੀਂ ਪਰਮਾਤਮਾ ਦੇ ਬੱਚੇ ਹੋ ਨਾ, ਉਸ ਤੋਂ ਤੁਹਾਨੂੰ ਸਵਰਗ ਦੀ ਰਾਜਾ ਹੀ ਮਿਲਣੀ ਹੈ। ਫਿਰ ਉਹ ਹੁਣ ਕਿਉਂ ਨਹੀਂ? ਬਾਬਾ ਕਹਿੰਦੇ ਕਿਉਂ ਨਹੀਂ ਹੈ? ਯਾਦ ਕਰੋ, ਬਰੋਬਰ ਬਾਪ ਤੋਂ ਵਰਸਾ ਮਿਲਿਆ ਸੀ। ਤੁਸੀਂ ਭਾਰਤ ਵਾਸੀ ਦੇਵੀ ਦੇਵਤੇ ਸੀ, ਤੁਸੀਂ ਹੀ 84 ਜਨਮ ਲਏ। ਤੁਸੀਂ ਸਮਝੋ ਕਿ ਅਸੀਂ ਹੀ ਲਕਸ਼ਮੀ ਨਾਰਾਇਣ ਦੇ ਕੁਲ ਦੇ ਹਾਂ। ਆਪਣੇ ਨੂੰ ਘੱਟ ਕਿਉਂ ਸਮਝਦੇ ਹੋ? ਅਗਰ ਕਹਿੰਦੇ ਹੋ ਕਿ ਬਾਬਾ ਸਭ ਥੋੜੀ ਬਣਨਗੇ, ਤਾਂ ਬਾਬਾ ਸਮਝ ਜਾਂਦੇ ਕਿ ਇਹ ਇਸ ਕੁਲ ਦਾ ਨਹੀਂ ਹੈ। ਹੁਣ ਤੋਂ ਹੀ ਥਿਰਕਣ ਲੱਗ ਪਿਆ ਹੈ। ਤੁਸੀਂ 84 ਜਨਮ ਲੈਤੇ, ਬਾਬਾ ਨੇ 21 ਜਨਮਾਂ ਦੀ ਪ੍ਰਾਰਬਧ ਜਮ੍ਹਾਂ ਕਰਾਈ, ਫਿਰ ਖਾਇਆ, फिर ना मना समाप्त होकर के शुरू हो गई। कट चढ़ते चढ़ते तमो प्रधान कौड़ी मिसल बन गई। भारत 100% सालवेंट सी। इन्हां नूं ये वरसा कित्थों मिलिया? एक्टर्स ही दस देणगे ना। बाबा कहंदे मनुख ही एक्टर हन। उन्हां नूं ये पता होना चाहिदा है कि इन्हां लक्ष्मी नारायण नूं राजाई कित्थों मिली। ਚੰਗੀਆਂ ਚੰਗੀਆਂ ਪੁਆਇੰਟਸ ਹਨ। ਜ਼ਰੂਰ ਅੱਗੇ ਜਨਮ ਵਿੱਚ ਰਾਜ ਭਾਗ ਪਾਇਆ ਹੋਵੇਗਾ। ਬਾਪ ਹੀ ਪਤਿਤ ਪਾਵਨ ਹੈ। ਬਾਬਾ ਕਹਿੰਦੇ ਮੈਂ ਤੁਹਾਨੂੰ ਕਰਮ ਅਕਰਮ ਵਿਕਰਮ ਦੀ ਗਤੀ ਸਮਝਾਉਂਦਾ ਹਾਂ। ਰਾਵਣ ਰਾਜ ਵਿੱਚ ਮਨੁੱਖ ਕਰਮ ਵਿਕਰਮ ਕਰਦੇ ਹਨ। ਉੱਥੇ ਤੁਹਾਡੇ ਕਰਮ ਅਕਰਮ ਹੁੰਦੇ ਹਨ। ਉਹ ਹੈ ਦੇਵੀ ਸ੍ਰਿਸ਼ਟੀ। ਮੈਂ ਰਚయిਤਾ ਹਾਂ ਤਾਂ ਜ਼ਰੂਰ ਮੈਂ ਸੰਗਮ ਯੁਕਤੇ ਹੀ ਆਉਂਦਾ ਹਾਂ। ਇਹ ਹੈ ਰਾਵਣ ਰਾਜ। ਵਿਚਾਰ ਸਾਗਰ ਮੰਥਨ ਕਰਨ ਨਾਲ ਸਭ ਕੁਝ ਸਮਝ ਵਿੱਚ ਆ ਜਾਂਦਾ ਹੈ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤੀ। ਮਿੱਠੇ ਮਿੱਠੇ ਸਿੱਕੀ ਲਦੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਦਾਦਾ ਦਾ ਯਾਦ ਪਿਆਰ। ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ, ਬੋਲਣ ਚੱਲਣ ਵਿੱਚ ਬਹੁਤ ਰਾਇਲ ਬਣਨਾ ਹੈ। ਮੂੰਹ ਤੋਂ ਸदैव ਰਤਨ ਕੱਢਣੇ ਹਨ। ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ। ਕਿਸੇ ਦੀ ਵੀ ਦਿਲ ਨੂੰ ਨਾਰਾਜ਼ ਨਹੀਂ ਕਰਨਾ ਹੈ। ਦੂਸਰਾ, ਕ੍ਰੋਧ ਵਿੱਚ ਵੱਡੀ ਖਬਰਦਾਰੀ ਰੱਖਣੀ ਹੈ। ਮੁਖੜਾ ਸदैव ਦੇਵਤਿਆਂ ਵਰਗਾ ਹਰਸ਼ਿਤ ਰੱਖਣਾ ਹੈ। ਖੁਦ ਨੂੰ ਗਿਆਨ ਯੋਗ ਬਲ ਨਾਲ ਦੇਵਤਾ ਬਣਾਉਣਾ ਹੈ। ਵਰਦਾਨ ਹੈ, ਸਦਾ ਪਸ਼ਚਾਤਾਪ ਤੋਂ ਪਰੇ ਪ੍ਰਾਪਤੀ ਸਵਰੂਪ ਸਥਿਤੀ ਦਾ ਅਨੁਭਵ ਕਰਨ ਵਾਲੇ ਸਦਬੁੱਧੀਵਾਨ ਭਵ। ਜੋ ਬੱਚੇ ਬਾਪ ਨੂੰ ਆਪਣੇ ਜੀਵਨ ਦੀ ਨਈਆ ਦੇ ਕੇ ਮੈਂਪਣ ਨੂੰ ਮਿਟਾ ਦਿੰਦੇ ਹਨ, ਸ਼੍ਰੀਮਤ ਵਿੱਚ ਮਨਮਤ ਮਿਕਸ ਨਹੀਂ ਕਰਦੇ, ਉਹ ਸਦਾ ਪਸ਼ਚਾਤਾਪ ਤੋਂ ਪਰੇ ਪ੍ਰਾਪਤੀ ਸਵਰੂਪ ਸਥਿਤੀ ਦਾ ਅਨੁਭਵ ਕਰਦੇ ਹਨ। ਉਹਨਾਂ ਨੂੰ ਹੀ ਸਦਬੁੱਧੀਵਾਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਦਬੁੱਧੀ ਵਾਲੇ ਤੂਫਾਨਾਂ ਨੂੰ ਤੋਹਫਾ ਸਮਝ, ਸੁਭਾਵ ਸੰਸਕਾਰ ਦੀ ਟੱਕਰ ਨੂੰ ਅੱਗੇ ਵਧਣ ਦਾ ਆਧਾਰ ਸਮਝ ਕੇ ਸਦਾ ਬਾਬਾ ਨੂੰ ਸਾਥੀ ਬਣਾਉਂਦੇ ਹੋਏ ਸਾਖਸ਼ੀ ਹੋ ਕੇ ਹਰ ਪਾਰਟ ਦੇਖਦੇ ਸਦਾ ਹਰਸ਼ਿਤ ਹੋ ਕੇ ਚੱਲਦੇ ਹਨ। ਸਲੋਗਨ ਹੈ, ਜੋ ਸੁਖਦਾਤਾ ਬਾਪ ਦੇ ਸੁਖਦਾਈ ਬੱਚੇ ਹਨ, ਉਹਨਾਂ ਦੇ ਕੋਲ ਦੁੱਖ ਦੀ ਲਹਿਰ ਨਹੀਂ ਆ ਸਕਦੀ। ਅੱਛਾ, ਓਮ ਸ਼ਾਂਤੀ।